ਅੱਜ ਦੇ ਜਿਹੜੇ ਮੇਰੇ ਲਫ਼ਜ਼ ਆ ਇਹ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਲਈ ਆ। ਮੈਂ ਗੱਲ ਕਰਨ ਲੱਗਾ ਪੰਜਾਬ ਦੇ ਸਿਆਸੀ ਹਾਲਾਤਾਂ ਦੀ ਤੇ ਭਵਿੱਖ ਦੀ ਕਿ ਪਿਛਲੇ 40 ਸਾਲਾਂ ਤੋਂ ਕਿਵੇਂ ਸਾਨੂੰ ਲੁੱਟਿਆ ਤੇ ਕੁੱਟਿਆ ਗਿਆ ਇਹਨਾਂ ਦੋਵਾਂ ਪਾਰਟੀਆਂ ਵੱਲੋਂ। ਇਹ ਕਿਸੇ ਕੋਲੋਂ ਲੁਕਿਆ ਨਹੀਂ ਹੈ। ਔਰ ਮੈਂ ਕੇਜਰੀਵਾਲ ਨੂੰ ਕਹਿਣਾ ਚਾਹੁੰਦਾ ਕਿ ਕਮ ਸੇ ਕਮ ਤੂੰ ਤੇ ਇਹਨਾਂ ਵਾਂਗੂ ਸਾਡੇ ਨਾਲ ਨਾ ਕਰ। ਅਸੀਂ ਇਹਨਾਂ ਦੋਵਾਂ ਤੋਂ ਅੱਕੇ ਤੇ ਪੱਕੇ ਪਏ ਸੀਗੇ। ਪੰਜਾਬੀ ਇੱਕ ਬਦਲ ਚਾਹੁੰਦੇ ਸੀਗੇ ਪੰਜਾਬ ਦੇ ਵਿੱਚ। ਤੀਜਾ, ਅਸਲ 'ਚ ਇਹਨਾਂ ਦੀ ਜਿਹੜੀ ਜੋੜੀ ਰਲ ਗਈ ਕੈਪਟਨ ਤੇ ਬਾਦਲ ਦੀ, ਇਹਦੇ ਕੋਲੋਂ ਛੁਟਕਾਰਾ ਚਾਹੁੰਦੇ ਸੀ ਅਸੀਂ ਪੰਜਾਬ ਵਾਲੇ। ਔਰ ਜਿੰਨੇ ਪੰਜਾਬੀ ਅੱਕ ਚੁੱਕੇ ਸੀਗੇ, ਅਸੀਂ ਤੀਜਾ ਬਦਲ ਤਿਆਰ ਵੀ ਕਰ ਲੈਣਾ ਸੀਗਾ, ਪਰ ਤੇਰੇ ਭਰੋਸੇ ਅਸੀਂ ਤੀਜਾ ਬਦਲ ਹੀ ਨਹੀਂ ਤਿਆਰ ਕਰ ਸਕੇ ਕਿ ਸਾਨੂੰ ਲੱਗਿਆ ਕਿ ਸ਼ਾਇਦ ਆਪ ਹੀ ਤੀਜਾ ਬਦਲ ਹੈ ਪੰਜਾਬ ਦੇ ਵਿੱਚ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਕਿ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਪਿਛਲੇ 4.5 ਸਾਲਾਂ ਦੇ ਵਿੱਚ ਜੋ ਆਪ ਦੇ ਐਮਐਲਏ ਸੀਗੇ ਪੰਜਾਬ ਦੇ ਵਿੱਚ, ਉਹਨਾਂ ਨੂੰ ਜੋ ਪੰਜਾਬ 'ਚ ਕਰਨਾ ਚਾਹੀਦਾ ਸੀਗਾ, ਜੋ ਪੰਜਾਬ 'ਚ ਯੋਗਦਾਨ ਪਾਉਣਾ ਚਾਹੀਦਾ ਸੀਗਾ ਪੰਜਾਬ ਦੀਆਂ ਚੋਰੀਆਂ ਰੋਕਣ ਲਈ, ਪੰਜਾਬ 'ਚ ਧੱਕੇ ਹੁੰਦੇ ਰੋਕਣ ਲਈ, ਕੀ ਉਹਨਾਂ ਨੇ ਆਪਣਾ ਯੋਗਦਾਨ 4.5 ਸਾਲ ਪਾਇਆ? ਕੀ ਤੁਹਾਡੇ ਐਮਐਲਏ ਪੰਜਾਬ ਦੇ ਵਿੱਚ ਸੰਸੀਅਰ ਹੋ ਕੇ ਆਪਣੇ ਕੰਮ ਦੇ ਵਿੱਚ ਲੱਗੇ? ਹਾਲਾਤ ਤੇ ਇੱਥੇ ਬਣ ਗਏ ਸੀਗੇ ਕਿ ਕੋਈ ਐਮਐਲਏ ਤੁਹਾਡਾ ਕੈਪਟਨ ਦੇ ਨਾਲ ਲੰਚ ਕਰਕੇ ਉਹਦੇ ਕੋਲ ਸ਼ਗਨ ਲੈਂਦਾ ਫਿਰਦਾ ਆਪਣੇ ਵਿਆਹ ਦੇ ਉੱਤੇ, ਕੋਈ ਆਪਣੇ ਵਿਆਹ ਦੇ ਵਿੱਚ ਪੂਰੇ ਅਕਾਲੀ ਦਲ ਨੂੰ ਸੱਦੀ ਫਿਰਦਾ ਤੇ ਉਹਨਾਂ ਦੀਆਂ ਮਿਲਣੀਆਂ ਕਰਾਉਣ ਡਿਆ, ਤੇ ਕਈ ਤੁਹਾਡੇ ਐਮਐਲਏਸ ਦੀਆਂ ਰੇਤਾ ਦੇ ਉੱਤੇ ਖੱਡਾਂ ਦੇ ਉੱਤੇ ਮਹੀਨਾ ਲੈਂਦਿਆਂ ਦੀਆਂ ਪੱਗਾਂ ਲੱਥਦੀਆਂ ਜਿਹੜੀਆਂ ਵਿਖਾਈਆਂ ਗਈਆਂ। ਮੈਂ ਇੱਕ ਦਰੁਸਤੀ ਹੋਰ ਕਰ ਦਵਾਂ, ਮੈਂ ਤੁਹਾਡੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ, ਤੁਹਾਡੀ ਇਮਾਨਦਾਰੀ ਦੇ ਉੱਤੇ ਕੋਈ ਸ਼ੱਕ ਨਹੀਂ ਕਰ ਰਿਹਾ, ਪਰ ਥੱਲੇ ਜਿਹੜੀ ਪੰਜਾਬ 'ਚ ਟੀਮ ਖੜੀ ਕੀਤੀ ਸੀ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਸੀਗਾ, ਉਹਨਾਂ ਨੇ ਕੋਈ ਕੰਮ ਕੀਤਾ ਪੰਜਾਬ ਦੇ ਵਿੱਚ? ਅੱਜ ਚੋਣਾਂ ਸਿਰ ਦੇ ਉੱਤੇ ਆ ਸਕੀਆਂ, ਆ ਗਈਆਂ ਜਿਹੜੀਆਂ ਬਿਲਕੁਲ ਸਾਡੇ ਸਿਰ ਦੇ ਉੱਤੇ ਖੜੀਆਂ। ਨਾ ਅਸੀਂ ਪੰਜਾਬੀ ਪੰਜਾਬ ਦੇ ਵਿੱਚ ਬਦਲ ਤਿਆਰ ਕਰ ਸਕੇ ਤੇ ਨਾ ਅਜੇ ਤੱਕ ਤੁਸੀਂ ਸਾਨੂੰ ਦੱਸਿਆ ਕਿ ਪੰਜਾਬ ਦੀ ਅਗਵਾਈ ਤੁਹਾਡੀ ਪੰਜਾਬ ਦੇ ਵਿੱਚ ਕੌਣ ਕਰੂਗਾ, ਕਿਉਂਕਿ ਤੁਹਾਨੂੰ ਹਮੇਸ਼ਾ ਹੀ ਇਹ ਲੱਗਦਾ ਕਿ ਪੰਜਾਬ ਦੀ ਜਨਤਾ ਕੈਪਟਨ ਅਤੇ ਬਾਦਲ ਤੋਂ ਅੱਕੀ ਪਈ ਆ। ਇਹਨਾਂ ਦੋਵਾਂ, ਮੈਂ ਕੁਝ ਕਰਾਂ ਚਾਹੇ ਨਾ ਕਰਾਂ, ਇਹਨਾਂ ਪੰਜਾਬੀਆਂ ਕੋਲ ਕੋਈ ਆਪਸ਼ਨ ਨਹੀਂ ਬਚੀ। ਅਖੀਰ ਇਹਨਾਂ ਨੇ ਮੈਨੂੰ ਵੋਟਾਂ ਪਾ ਹੀ ਦੇਣੀਆਂ। ਕੀ ਸਿਰਫ ਇਹਨਾਂ ਦੋਵਾਂ ਪਾਰਟੀਆਂ ਦੇ ਵਿਰੋਧ ਦਾ ਫਾਇਦਾ ਨਹੀਂ ਲੈਣਾ ਚਾਹੁੰਦੇ ਤੁਸੀਂ? ਆਪਣਾ ਜਿਹੜਾ ਤੁਹਾਡੀ ਟੀਮ ਨੂੰ ਕੰਮ ਕਰਨਾ ਚਾਹੀਦਾ ਸੀਗਾ ਉਹ ਨਹੀਂ ਕੀਤਾ। ਸਮਾਂ ਘੱਟ ਹੈ, ਤੀਜੀ ਧਿਰ ਅਸੀਂ ਤਿਆਰ ਕਰ ਨਹੀਂ ਸਕਦੇ ਤੇ ਤੁਸੀਂ ਸਾਡੇ ਪੱਲੇ ਕੁਝ ਪਾ ਨਹੀਂ ਰਹੇ। ਅਸੀਂ ਪੰਜਾਬੀ, ਸਾਡੀ ਹਾਲਤ ਪਤਾ ਕੀ ਹੋ ਗਈ ਆ ਕਿ ਸੱਪ ਦੇ ਮੂੰਹ ਦੇ ਵਿੱਚ ਜਿੱਦਾਂ ਕੋੜ ਕਿਰਲੀ ਫਸ ਜਾਂਦੀ ਆ ਨਾ ਉਹਨੂੰ ਨਿਗਲ ਸਕਦਾ ਤੇ ਨਾ ਉਹਨੂੰ ਉਗਲ ਸਕਦਾ। ਇਹ ਪੰਜਾਬ ਦੇ ਨਾਲ ਸਰਾਸਰ ਧੋਖਾ ਹੈ ਕੇਜਰੀਵਾਲ ਸਾਹਿਬ। ਪੰਜਾਬ ਜਾਣਨਾ ਚਾਹੁੰਦਾ ਕਿ ਪੰਜਾਬ ਦਾ ਕੇਜਰੀਵਾਲ ਕੌਣ ਹੋਊਗਾ, ਦਿੱਲੀ ਦੀ ਤਰਜ਼ ਦੇ ਉੱਤੇ ਪੰਜਾਬ ਕੰਮ ਕੌਣ ਕਰੂਗਾ, ਪੰਜਾਬ ਦੇ ਵਿੱਚ ਕੰਮ ਕੌਣ ਕਰਾਊਗਾ? ਪੰਜਾਬ ਤੁਹਾਡੇ ਕੋਲੋਂ, ਮੈਂ ਕਹਿ ਰਹਾ ਤੁਹਾਡੀ ਕੀ ਕਿਸੇ ਵੀ ਇਮਾਨਦਾਰ ਬੰਦੇ ਕੋਲੋਂ ਪੰਜਾਬ ਇਹ ਮੰਗ ਰਿਹਾ, ਪੰਜਾਬ ਇਹ ਭੀਖ ਮੰਗ ਰਿਹਾ। ਪੰਜਾਬ ਕਹਿ ਕੀ ਰਿਹਾ ਤੁਹਾਨੂੰ कि कोई तो सूद चुकाए, कोई तो सूद चुकाए, कोई तो जिम्मा ले उस इनकलाब का जो आज तक उधार सा है। पंजाब दे उत्ते बड़ा बोझ है, इहनूं लाउण लई कोई ना कोई ईमानदार बंदा आउणा चाहीदा वा। पंजाब ने इन्ने धोखे ते इन्ने दुख सह ले, इन्ना लुटिया गया। जे एक वारी पंजाब दे नाल होर धोखा हो गया ना, कोई गलत बंदा साडा जिहड़ा हुक्मरान बन गया, उस तो बाद मेरी गल याद रखियो कि पंजाब खत्म हो जाऊगा और पंजाबी कदी तुहानूं माफ नहीं करनगे। ना इत्थे जवानी बची, ना इत्थे कारोबार बचिया, ना इत्थे नौकरियां बचियां, ना इत्थे पढ़ाई बची, ना इत्थे मैडिकल बचिया, ना इत्थे सुरक्षा वा। असी जावांगे कित्थे, असी किहदे आसरे जीवांगे? सो मैं कई वार इस गल नूं लैके तुहाडी टीम नाल चर्चा कीती, तुहाडी टीम नूं मैं कई वार बेनती कीती कि पंजाब दा केजरीवाल खुद केजरीवाल होना चाहिए वा। ਉਹ ਪੰਜਾਬ ਦੇ ਵਿੱਚ ਆ ਕੇ ਇਲੈਕਸ਼ਨ ਕਿਉਂ ਨਹੀਂ ਲੜਦਾ? ਜਿਵੇਂ ਉਹਨੇ ਦਿੱਲੀ ਕੰਮ ਕੀਤਾ, ਇੱਥੇ ਵੀ ਉਹ ਖੁਦ ਰਹੇ ਤੇ ਇਹਦੇ ਵਿੱਚ ਇੱਥੇ ਆ ਕੇ ਖੁਦ ਕੰਮ ਕਰੇ ਤੇ ਦਿੱਲੀ ਦੀ ਤਰਜ਼ ਦੇ ਉੱਤੇ ਕੰਮ ਹੋ ਸਕਦਾ ਤੇ ਪੰਜਾਬ ਨੂੰ ਫਾਇਦਾ ਹੋ ਸਕਦਾ। ਇਹ 'ਚ ਫਾਇਦਾ ਕੱਲਾ ਪੰਜਾਬ ਦਾ ਨਹੀਂਗਾ, ਇਹਦੇ ਵਿੱਚ ਦੋਵਾਂ ਨੂੰ ਫਾਇਦਾ ਵਾ, ਪੰਜਾਬ ਦਾ ਵੀ ਤੇ ਕੇਜਰੀਵਾਲ ਦਾ ਵੀ ਫਾਇਦਾ ਵਾ। ਕੇਜਰੀਵਾਲ ਦਾ ਫਾਇਦਾ ਮੈਂ ਤੁਹਾਨੂੰ ਦੱਸ ਦਿੰਦਾ ਕੀ ਆ ਕਿ ਕੇਜਰੀਵਾਲ ਸਾਹਿਬ ਦਾ ਇੱਕ ਸੁਪਨਾ ਹੈ ਕਿ ਉਹਨੇ PM ਬਣਨਾ। ਦਿੱਲੀ ਦੇ ਵਿੱਚ ਕੇਵਲ ਉਹਦੇ ਕੋਲ 25% ਤਾਕਤ ਹੈ, ਸਿਰਫ ਚੌਥਾ ਹਿੱਸਾ ਜੋ ਉੱਥੇ ਉਹ ਕਰਨਾ ਚਾਹੁੰਦਾ ਉਹਨੂੰ ਉਹ ਕਰ ਨਹੀਂ ਪਾ ਰਿਹਾ ਤੇ ਪੰਜਾਬ ਨੂੰ ਇੱਕ ਮਾਡਲ ਸੈੱਟ ਕਰਕੇ ਦੇਸ਼ ਦਾ PM ਬਣਨਾ ਚਾਹੁੰਦਾ। ਔਰ ਉਹਦੀ ਜਿਹੜੀ ਪਹਿਲੀ ਪੌੜੀ ਉਹ ਪੰਜਾਬ ਤੋਂ ਚੜ੍ਹਦੀ ਆ, ਜਿਹੜੀ ਪ੍ਰਧਾਨ ਮੰਤਰੀ ਬਣਨ ਵਾਲੀ ਆ ਜਾਂ ਪ੍ਰਧਾਨ ਮੰਤਰੀ ਦੀ ਦੌੜ ਚ ਆਉਣ ਵਾਲੀ ਹੈ। ਤੇ ਸਾਡਾ ਪੰਜਾਬੀਆਂ ਦਾ ਕੀ ਫਾਇਦਾ ਕਿ ਤੇਰੀ ਇਮਾਨਦਾਰੀ ਨਾਲ ਕੰਮ ਕਰਨ ਨਾਲ, ਤੇਰੇ ਇੱਕ ਮਾਡਲ ਸੈੱਟ ਕਰਨ ਦੇ ਨਾਲ
ਕਮ ਸੇ ਕਮ ਸਾਡੇ ਪੰਜਾਬ ਦਾ ਭਲਾ ਤੇ ਹੋਊਗਾ। ਤੇ ਤੁਹਾਡੇ ਸੀਐਮ ਬਣਨ ਦੇ ਉੱਤੇ ਮੇਰੀ ਜਿਹੜੀ ਗੱਲ ਚੱਲਦੀ ਆ ਵੀ ਉਹ ਆਪ ਇੱਥੋਂ ਇਲੈਕਸ਼ਨ ਲੜੇ ਆ ਕੇ, ਤੇ ਉਹਨਾਂ ਵੱਲੋਂ ਇੱਕ ਜਵਾਬ ਮਿਲਦਾ ਕਿ ਹਿੰਦੂ ਸਿੱਖ ਦਾ ਇਸ਼ੂ ਬਣ ਜਾਊਗਾ ਪੰਜਾਬ ਦੇ ਵਿੱਚ। ਇਸ ਕਰਕੇ ਅਰਵਿੰਦ ਕੇਜਰੀਵਾਲ ਜਿਹੜਾ ਪੰਜਾਬ 'ਚ ਨਹੀਂ ਆਉਣਾ ਚਾਹੁੰਦਾ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕੇਜਰੀਵਾਲ ਜੀ, ਜੇ ਤੁਸੀਂ ਵੀ ਚੋਣਾਂ ਪੰਜਾਬ ਦੀਆਂ ਹਿੰਦੂ ਸਿੱਖ ਦੇ ਹਿਸਾਬ ਨਾਲ ਲੜਨੀਆਂ, ਤੁਸੀਂ ਵੀ ਜਾਤ ਪਾਤ ਦੇ ਹਿਸਾਬ ਨਾਲ ਲੜਨੀਆਂ, ਤੇ ਫਿਰ ਕੋਈ ਬਹੁਤਾ ਫਰਕ ਨਹੀਂ ਹੈਗਾ ਤੁਹਾਡੇ 'ਚ ਤੇ ਜਿਹੜੇ ਟ੍ਰੈਡੀਸ਼ਨਲ ਜਿਹੜੇ ਨੇਤਾ ਵਾ, ਜਿਹੜੇ ਪੇਸ਼ੇਵਰ ਨੇਤਾ ਵਾ, ਉਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਫਿਰ ਮੈਨੂੰ ਨਜ਼ਰ ਨਹੀਂ ਆਊਗਾ। ਕਿਉਂਕਿ ਪੰਜਾਬ 'ਚ ਹਿੰਦੂ ਸਿੱਖ ਦੇ ਵਿੱਚ ਇੰਨਾ ਫਰਕ ਹੀ ਨਹੀਂ ਹੈਗਾ ਜਿੰਨਾ ਤੁਸੀਂ ਪੋਲੀਟੀਸ਼ੀਅਨ ਆਪਣੀ ਲੋੜ ਦੇ ਅਨੁਸਾਰ ਪਾ ਕੇ ਦੱਸਦੇ ਹੋ। ਇਹਨਾਂ ਲੀਡਰਾਂ ਵੱਲੋਂ ਕੀਤੀ ਜਿਹੜੀ ਤਰ੍ਹਾਂ ਦੀ ਵੰਡ ਜਿਹੜੀ ਪੰਜਾਬ 'ਚ ਕੀਤੀ ਗਈ, ਉਹਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਸਾਡੇ ਦੇਸ਼ ਦਾ ਤੇ ਸਾਡੇ ਸੂਬੇ ਦਾ। ਇਹਦੇ ਲਈ ਮੈਂ ਦੋ ਲੈਣਾ ਜਿਹੜੀਆਂ ਮੁਖਾਤਬ ਹੋਣ ਲੱਗਾ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਕਿ ਬਾਂਟਨੇ ਚਲੇ ਥੇ, ਇਹਨਾਂ ਲੀਡਰਾਂ ਨੂੰ ਕਹਿਣ ਲੱਗਾ ਮੈਂ ਜਿਨ੍ਹਾਂ ਨੇ ਸਾਨੂੰ ਵੰਡ ਦਿੱਤਾ ਕਿ ਬਾंटने चले थे जमीन ईमान बांट दिए, खींच के सरहदें इंसान बांट दिए, जात पात के नाम पर शमशान बांट दिए, वहीं रुक जाते तो भी खैर मनाते हम, मुद्दे खत्म हुए तो भगवान बांट दिए। इत्थे ते धर्म च इन्ना वंड दिता, किसी पिंडां च जाओ पंजाब दे विच 8 शमशान घाट बने आ, कोई जलायां दा, कोई फलाणियां दा, कोई जट्टां दा, कोई मजहबी सिखां दा। इस तरीके साडी जिहड़ी ये वंड कीती गई आ, कम से कम तुसी इस तरह की राजनीति ते ना करो जात पात दे उत्ते, एक साफ सुथरी राजनीति सानू दो। जे तुसी आप चोण लड़दे हो तां हिंदू सिख दा जिहड़ा भाईचारा वा ਉਹ ਵੀ ਜਿਹੜਾ ਕਿਤੇ ਉਹਦੇ ਵਿੱਚ ਜਿਹੜਾ ਇਤਫਾਕ ਆ ਉਹ ਵਧੂਗਾ, ਪੰਜਾਬ ਦੇ ਵਿੱਚ ਆਪਸੀ ਜਿਹੜੀ ਭਾਈਚਾਰਤਾ ਵਧੂਗੀ। ਤੇ ਜੇ ਜੋ ਪੰਜਾਬ ਬੜੀ ਦੇਰ ਦਾ ਗਵਾ ਚੁੱਕਾ ਹੈ ਆਪਸੀ ਭਾਈਚਾਰਾ, ਇਹਨਾਂ ਪੋਲੀਟੀਸ਼ੀਅਨ ਦੀ ਵਜ੍ਹਾ ਦੇ ਨਾਲ ਪੰਜਾਬ ਤਰੱਕੀ ਦੇ ਨਾਲ ਆਪਸੀ ਭਾਈਚਾਰਾ ਵੀ ਚਾਹੁੰਦਾ ਵਾ। ਦੂਜਾ, ਜੇ ਭਗਵੰਤ ਮਾਨ ਨੇ ਤੁਹਾਡੇ ਲਈ ਕੰਮ ਕੀਤਾ, ਭਗਵੰਤ ਮਾਨ ਵੀ ਕਿਤੇ ਤੁਹਾਡੇ ਨਾਲ ਤੁਹਾਡੀ ਜਿਹੜੀ ਮੁਸ਼ਕਲ ਹੱਲ ਹੋਊਗੀ ਉਹ ਵੀ ਤੁਹਾਡੇ ਨਾਲ ਸਹਿਮਤ ਹੋ ਜਾਊਗਾ, ਕਿਉਂਕਿ ਉਹਨੇ ਵੀ ਬਹੁਤ ਮਿਹਨਤ ਕੀਤੀ ਸੀ ਪੰਜਾਬ ਦੇ ਵਿੱਚ ਆਪ ਨੂੰ ਜਿੰਦਾ ਰੱਖਣ ਲਈ। ਉਹਦੀ ਮਿਹਨਤ ਨੂੰ ਵੀ ਦੁਤਕਾਰਨੇ ਨਹੀਂ ਚਾਹੀਦਾ। ਤੇ ਤੀਜੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣ ਲੱਗਾ ਕਿ ਅਸੀਂ ਜਿਹੜੇ ਪੰਜਾਬੀ ਆ ਧੋਖੇ ਤੋਂ ਬਚਾਂਗੇ। ਉਹ ਇਸ ਤਰ੍ਹਾਂ, ਕਿਉਂਕਿ ਤੁਸੀਂ ਜਿਸ ਨੂੰ ਵੀ ਸੀਐਮ ਬਣਾਉਣਾ ਵਾ ਉਹਦਾ ਕੰਟਰੋਲ ਤੁਸੀਂ ਆਪਣੇ ਹੱਥਾਂ 'ਚ ਰੱਖਣਾ ਵਾ। ਮੈਨੂੰ ਇਹਦੇ ਉੱਤੇ ਕੋਈ ਇਤਰਾਜ਼ ਨਹੀਂਗਾ, ਉਹਦਾ ਕੰਟਰੋਲ ਤੁਸੀਂ ਇਸ ਕਰਕੇ ਆਪਣੇ ਹੱਥਾਂ ਦੇ ਵਿੱਚ ਰੱਖਣਾ ਵਾ ਕਿਉਂਕਿ ਤੁਸੀਂ ਪੰਜਾਬ ਨੂੰ ਇੱਕ ਮਾਡਲ ਸੈੱਟ ਕਰਨਾ ਚਾਹੁੰਦੇ ਹੋ ਆਪਣੀ ਮਰਜ਼ੀ ਦੇ ਅਨੁਸਾਰ, ਔਰ ਉਹਦੇ ਆਪਣੀ ਸੋਚ ਦੇ ਅਨੁਸਾਰ ਇੱਕ ਮਾਡਲ ਸੈੱਟ ਕਰਕੇ ਇਸ ਦੇਸ਼ ਨੂੰ ਵਿਖਾਉਣ ਲਈ ਤੁਸੀਂ ਇੱਕ ਮਾਡਲ ਬਣਾਉਣਾ ਚਾਹੁੰਦੇ ਹੋ ਵੀ ਇਹਦੀ ਤਰਜ਼ ਦੇ ਉੱਤੇ ਮੈਂ ਦੇਸ਼ ਦੀ ਚੋਣ ਲੜਾਂ। ਸੋ ਜੋ ਵੀ ਸੀਐਮ ਹੋਇਆ ਮੇਰੇ ਹਿਸਾਬ ਨਾਲ ਉਹ ਡੰਮੀ ਸੀਐਮ ਬਣਨਾ ਵਾ, ਪਿੱਛੋਂ ਚਲਾਉਣਾ ਤੁਸੀਂ ਉਹਨੂੰ ਆਪਣੀ ਮਰਜ਼ੀ ਦੇ ਨਾਲ। ਤੇ ਫਿਰ ਤੁਸੀਂ ਆਪ ਹੀ ਕਿਉਂ ਨਹੀਂ ਆਉਂਦੇ ਪੰਜਾਬ ਦੇ ਵਿੱਚ ਚੋਣ ਲੜਨ ਲਈ? ਇਹਦੇ ਨਾਲ ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਬਣਨ ਤੋਂ ਬਾਅਦ ਜੇ ਕੇਜਰੀਵਾਲ ਦੀ ਸਰਕਾਰ ਬਣ ਜਾਂਦੀ ਆ, ਜੇ ਆਪ ਮੁੱਖ ਮੰਤਰੀ ਬਣ ਜਾਂਦਾ ਤੇ ਉਹਦੀ ਮਜਬੂਰੀ ਹੋਣੀ ਪੰਜਾਬ ਦੇ ਵਿੱਚ ਕੰਮ ਕਰਨਾ, ਕਿਉਂਕਿ ਉਹ ਜਿਹੜਾ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਵਾ। ਤੇ ਤੁਸੀਂ ਪੰਜਾਬੀ ਇਸ ਚੱਕਰ 'ਚ ਨਾ ਪਿਓ ਕਿ ਹਿੰਦੂ ਸਿੱਖ ਦਾ ਫਰਕ ਆ, ਹਿੰਦੂ ਕਰਕੇ ਕਿਸੇ ਨੂੰ ਹਰਾ ਦਈਏ। ਜੇ ਪੰਜਾਬ ਦੇ ਵਿੱਚ ਡੀਜੀਪੀ, ਚੀਫ ਸੈਕਟਰੀ ਤੇ ਹੋਰ ਜਿਹੜੇ ਉੱਚ ਅਧਿਕਾਰੀ ਆ ਉਹ ਹਿੰਦੂ ਲੱਗ ਸਕਦੇ ਆ, ਤੇ ਫਿਰ ਪੰਜਾਬ ਦਾ ਸੀਐਮ ਹਿੰਦੂ ਕਿਉਂ ਨਹੀਂ ਬਣ ਸਕਦਾ? ਜੇ ਦੇਸ਼ ਦਾ ਸੀਐਮ ਸਰ ਮਨਮੋਹਨ ਸਿੰਘ 2% ਸਿੱਖਾਂ ਦੀ ਆਬਾਦੀ ਵਾਲਾ ਬਣ ਸਕਦਾ ਵਾ, ਤੇ ਫਿਰ ਪੰਜਾਬ ਦਾ ਜਿਹੜਾ ਸੀਐਮ ਉਹ ਹਿੰਦੂ ਕਿਉਂ ਨਹੀਂ ਬਣ ਸਕਦਾ? ਇਹ ਕੋਈ ਧਰਮ ਦੀ ਜਾਂ ਧਾਰਮਿਕ ਅਦਾਰੇ ਦੀ ਚੋਣ ਤੇ ਨਹੀਂ ਕਿ ਜਿਹੜਾ ਅਸੀਂ ਇਹਦੇ ਉੱਤੇ ਵਿਚਾਰ ਕਰੀਏ। ਸਾਨੂੰ ਤੇ ਉਹ ਬੰਦਾ ਚਾਹੀਦਾ ਜਿਹੜਾ ਸਾਡੇ ਸੂਬੇ ਦੀ ਤਰੱਕੀ ਕਰੇ। ਸਾਡੀ ਜਵਾਨੀ ਸਾਰੀ ਬਾਹਰ ਚਲ ਗਈ ਜਿੱਦਾਂ ਮੈਂ ਦੱਸਿਆ, ਉਹਨੂੰ ਕਮ ਸੇ ਕਮ ਰੋਕ ਕੇ ਲੋਕਾਂ ਨੂੰ ਇੱਥੇ ਕੰਮ ਕਰ ਦੇਵੇ। ਸਾਨੂੰ ਜਾਤ ਪਾਤ ਵਾਲੇ ਚੱਕਰ ਤੋਂ ਬਾਹਰ ਜਾ ਕੇ ਆਪਣੀ ਇਹ ਰਾਜਨੀਤੀ ਵਾਲੀ ਚੋਣ ਕਰਨੀ ਚਾਹੀਦੀ ਆ। ਬਾਬਾ ਬੁੱਲੇ ਸ਼ਾਹ ਦੀ ਉਸ ਗੱਲ ਦੇ ਉੱਤੇ ਅਸਰ ਕਰਨਾ ਚਾਹੀਦਾ ਕਿ ਚੱਲ ਬੁੱਲਿਆ ਚੱਲ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ, ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ। ਸੋ ਮੈਂ ਅਖੀਰ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਵੀ ਇਹ ਬੇਨਤੀ ਕਰਦਾ ਕਿ ਅਸੀਂ ਲੋਕ ਤੇਰੇ ਉੱਤੇ ਭਰੋਸਾ ਜੇ ਕਰਨ ਹੀ ਲੱਗ ਪਏ ਆ, ਤੇਰੇ ਵਿੱਚ ਸਾਨੂੰ ਕੋਈ ਆਸ ਦੀ ਕਿਰਨ ਹੀ ਨਜ਼ਰ ਆਈ ਹੈ, ਤੇ ਤੂੰ ਵੀ ਸਾਨੂੰ ਗਾਵਾਂ ਭੇਡਾਂ ਸਮਝ ਕੇ ਜਿੱਧਰ ਮਰਜ਼ੀ ਨਾ ਹਿੱਕੀ ਜਾਓ, ਜਾਂ ਆਪਣੀ ਪ੍ਰਯੋਗਸ਼ਾਲਾ ਸਮਝ ਕੇ ਵੀ ਪ੍ਰਯੋਗ ਕਰਨਾ ਹੈ ਤੁਹਾਡੀ ਕੋਈ ਲੈਬੋਰਟਰੀ ਆ, ਉਹ ਸਮਝ ਕੇ ਸਾਡੇ ਉੱਤੇ ਕੋਈ ਤਜਰਬਾ ਨਾ ਕਰੀ ਜਾਓ। ਦੇਸ਼ ਦਾ ਜਿਹੜਾ ਤੁਸੀਂ ਤਜਰਬਾ ਕਰਨਾ ਚਾਹੁੰਦੇ ਹੋ, ਇਮਾਨਦਾਰੀ ਨਾਲ ਆਪ ਇੱਥੇ ਆ ਕੇ ਲੱਗ ਜਾਓ। ਸਾਨੂੰ ਇਸ ਨਰਕ ਚੋਂ ਕੱਢੋ ਪੰਜਾਬੀਆਂ ਨੂੰ। ਤੇ ਹੋਰ ਕੋਈ ਬੰਦਾ, ਮੈਨੂੰ ਲੱਗਦਾ ਦਿੱਲੀ 'ਚ ਜਿਵੇਂ ਤੁਸੀਂ ਕੰਮ ਕੀਤਾ, ਜੇ ਪੰਜਾਬ ਦੀ ਤਰਜ਼ ਦੇ ਉੱਤੇ, ਦਿੱਲੀ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਕੰਮ ਕਰੋਗੇ ਤੇ ਸਾਨੂੰ ਕੋਈ ਨਾ ਕੋਈ ਜਿਹੜੀ ਆਸ ਦੀ
ਕਿਰਨ ਨਜ਼ਰ ਆਉਂਦੀ ਆ। ਔਰ ਇਹ ਡਰ ਆਪਣੇ ਮਨ ਦੇ ਵਿੱਚੋਂ ਕੱਢ ਕਿ ਲੋਕ ਤੈਨੂੰ ਹਰਾ ਦੇਣਗੇ, ਲੋਕ ਤੇਰੇ ਹੱਕ ਦੇ ਵਿੱਚ ਫਤਵਾ ਨਹੀਂ ਦੇਣਗੇ। ਮੇਰਾ ਇਹ ਮੰਨਣਾ ਹੈ ਕਿ ਜੇ ਤੂੰ ਆਪ ਇੱਥੋਂ ਆ ਕੇ ਇਲੈਕਸ਼ਨ ਲੜੇ ਤੇ ਪੰਜਾਬੀ ਤੇਰੇ ਹੱਕ ਦੇ ਵਿੱਚ ਹੁੰਜਾ ਫੇਰ ਦੇਣਗੇ, ਕਿਉਂਕਿ ਪੰਜਾਬੀਆਂ ਨੂੰ ਲੱਗਦਾ ਕਿ ਦਿੱਲੀ ਜਿਹੜਾ ਤੂੰ ਕੰਮ ਕੀਤਾ, ਭਾਵੇਂ ਤੇਰੇ ਕੋਲ ਤਾਕਤ ਘੱਟ ਸੀਗੀ, ਪਰ ਜਿੰਨਾ ਵੀ ਕੀਤਾ ਅਸੀਂ ਲੋਕ ਉਹਦੇ ਨਾਲ ਸੰਤੁਸ਼ਟ ਹਾਂ ਤੇਰੇ ਦਿੱਲੀ ਵਾਲੇ ਕੰਮ ਨਾਲ। ਪਰ ਜੇ ਤੂੰ ਕਿਸੇ ਇੱਥੇ ਹੋਰ ਅਣਜਾਣ ਬੰਦੇ ਨੂੰ ਸਾਡੇ ਸਿਰ ਉੱਤੇ ਬਿਠਾਉਣਾ, ਸਾਨੂੰ ਉਹਨੂੰ ਪਰਖਣ ਦਾ ਮੌਕਾ ਹੀ ਨਹੀਂ ਦਿੰਦਾ। ਸਿਰਫ ਕੈਪਟਨ ਬਾਦਲ ਦੇ ਵਿਰੋਧ ਦੇ ਵਿੱਚ ਵੋਟਾਂ ਲੈ ਕੇ ਜਿੰਨੂੰ ਮਰਜ਼ੀ ਸਾਡੇ ਸਿਰ ਤੇ ਬਿਠਾ ਦਿਓ, ਇਹ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਊਗਾ। ਮੌਕਾ, ਮੈਂ ਅਖੀਰ 'ਚ ਤੁਹਾਨੂੰ ਫਿਰ ਕਹਿਣ ਲੱਗਾ ਕਿ ਮੌਕਾ ਜੇ ਸਾਡੇ ਪੰਜਾਬੀਆਂ ਕੋਲ ਆਖਰੀ ਹੈ ਨਾ ਪੰਜਾਬ ਨੂੰ ਬਚਾਉਣ ਦਾ, ਤੇ ਇਹ ਵੀ ਮੰਨ ਕੇ ਚੱਲੋ ਕਿ ਤੇਰੇ ਕੋਲ ਵੀ ਪ੍ਰਧਾਨ ਮੰਤਰੀ ਦੀ ਦੌੜ 'ਚ ਸ਼ਾਮਲ ਹੋਣ ਦਾ ਆਖਰੀ ਮੌਕਾ ਵਾ। ਜੇ ਪੰਜਾਬ ਨਹੀਂ ਤੇ ਫਿਰ ਦੇਸ਼ ਵੀ ਨਹੀਂ ਤੁਹਾਡੇ ਹੱਥ ਦੇ ਵਿੱਚ ਆਉਂਦਾ। ਫਿਰ ਕਿਤੇ ਇਹ ਗੱਲ ਨਾ ਤੁਹਾਡੇ ਉੱਤੇ ਢੁੱਕੇ ਕਿ ਦਿੱਲੀ ਉਹ ਤੁਹਾਨੂੰ ਕੰਮ ਕਰ ਨਹੀਂ ਦਿੰਦੇ, ਤੇ ਇੱਥੇ ਤੁਸੀਂ ਜੇ ਮੌਕਾ ਮਿਲਦਾ ਵੀ ਆ ਤੁਹਾਨੂੰ ਕੰਮ ਕਰਨ ਦਾ ਤੇ ਤੁਸੀਂ ਉਹਨੂੰ ਵੀ ਗਵਾ ਲਓ। ਮੈਂ ਇਹ ਕਹਿ ਕੇ ਅਖੀਰ 'ਚ ਸਮਾਪਤੀ ਕਰੂੰਗਾ ਕਿ ਨਾ ਮੰਜ਼ਿਲ ਪੇ ਪਹੁੰਚੇ, ਤੁਹਾਡਾ ਉਹ ਹਾਲ ਨਾ ਹੋ ਜੇ, ਨਾ ਮੰਜ਼ਿਲ ਪੇ ਪਹੁੰਚੇ ਨਾ ਵਾਟ ਪੇ, ਬਸ बीच में ही अटक गए, ना घर के रहे।